ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸ਼ਲੋਕ ਮਹਿਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨਾ। ਕਹੋ ਨਾਨਕ ਹਰ ਭਜ ਮਨਾ, ਜਹ ਬਿਧ ਜਲ ਕੋ ਮੀਨ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਕਹੋ ਨਾਨਕ ਹਰ ਭਜ ਮਨਾ, ਜਹ ਬਿਧ ਜਲ ਕੋ ਮੀਨ। ਸ਼ਬਦ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਬੈਠੇ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਨੇ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਉਦਮ ਸਦਕਾ ਹਫ਼ਤਾਵਾਰੀ ਦੇ ਵਿਸ਼ੇਸ਼ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਮੁਬਾਰਕ ਬਾਣੀ ਦਾ ਪਾਠ ਸ਼ਰਵਣ ਕੀਤਾ ਹੈ। ਸਤਿਕਾਰਯੋਗ ਜਥੇ ਪਾਸੋਂ ਇਲਾਹੀ ਸ਼ਬਦ ਕੀਰਤਨ ਸ਼ਰਵਣ ਕਰ ਰਹੇ ਸੋ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਬਾਰਕ ਬਚਨ ਜੋ ਸ਼ਲੋਕ ਰੂਪ ਦੇ ਵਿੱਚ ਆਪ ਜੀ ਨੇ ਸ਼ਰਵਣ ਕੀਤੇ ਹਨ, ਆਓ ਗੁਰੂ ਰਹਿਮਤ ਦੇ ਨਾਲ ਮੁਬਾਰਕ ਉਪਦੇਸ਼ ਦੀ ਵਿਚਾਰ ਸਾਂਝੀ ਕਰ ਸਕੀਏ। ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਦਾ ਪਾਠ ਕਰਦਿਆਂ ਸੁਭਾਵਕ ਹੀ ਪਾਠੀਆਂ ਨੂੰ ਉਹਨਾਂ ਗੁਰੂ ਪਿਆਰੇ ਗੁਰੂ ਸਵਾਰੇ ਗੁਰਸਿੱਖਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰੰਭਲੀਆਂ ਬਾਣੀਆਂ ਜਪ ਸੋਦਰ ਸੋਹਿਲਾ ਉਸ ਉਪਰੰਤ 14 ਅੰਕ ਤੋਂ ਰਾਗ ਪ੍ਰਾਰੰਭ ਹੁੰਦੇ ਹਨ। ਸ਼ਬਦਾਂ ਦੇ ਵਿੱਚ ਮਹਾਰਾਜ ਜੀ ਨੇ ਅਸ਼ਟਪਦੀਆਂ ਵਰਤੀਆਂ ਹਨ, ਛੰਦਾਂ ਦੇ ਵਿੱਚ ਬਾਣੀ ਲਿਖੀ ਹੈ ਔਰ ਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12 ਅੰਕਿਤ ਕੀਤੀਆਂ ਨੇ, ਜਿਹੜੀਆਂ ਪੌੜੀਆਂ ਦੇ ਨਾਲ ਸ਼ਲੋਕ ਵੀ ਆਉਂਦੇ ਨੇ। ਪਾਠ ਕਰਦਿਆਂ ਕਰਦਿਆਂ ਅਖੀਰ ਦੇ ਵਿੱਚ ਭਗਤ ਕਬੀਰ ਸਾਹਿਬ, ਭਗਤ ਫਰੀਦ ਜੀ ਦੇ ਸ਼ਲੋਕ ਸਹਿਸਕ੍ਰਿਤੀ ਬਾਣੀ ਆਉਂਦੀ ਹੈ। ਫਿਰ ਭੱਟ ਸਾਹਿਬਾਨਾਂ ਦੀ ਮੁਬਾਰਕ ਬਾਣੀ ਜੋ ਗੁਰੂ ਉਸਤਤ ਵਿੱਚ ਲਿਖੀ ਗਈ ਹੈ, ਉਸ ਉਪਰੰਤ ਇੱਕ ਸਿਰਲੇਖ ਹੁੰਦਾ ਸ਼ਲੋਕ 12 ਤੇ ਵਧੇਕ। ਤਕਰੀਬਨ 1410 ਅੰਕ ਤੇ ਇਹ ਬਾਣੀ ਆਰੰਭ ਹੁੰਦੀ ਹੈ। ਇਹਦਾ ਸਿਰਲੇਖ ਹੀ ਇਹ ਗੱਲ ਦੱਸਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ ਵਾਰਾਂ ਹਨ ਉਹ ਪੌੜੀਆਂ ਦੇ ਨਾਲ ਨਾਲ ਸ਼ਲੋਕ ਦਰਜ ਹਨ। 2 ਵਾਰਾਂ ਅਜਿਹੀਆਂ ਹਨ ਜਿਨ੍ਹਾਂ ਦੇ ਵਿੱਚ ਸਿਰਫ ਪੌੜੀਆਂ ਹੀ ਹਨ, ਸ਼ਲੋਕ ਨਹੀਂ ਹੈਗੇ। ਪਰ ਬਾਕੀ ਵਾਰਾਂ ਦੇ ਵਿੱਚ ਪੌੜੀਆਂ ਦੇ ਨਾਲ ਨਾਲ ਸ਼ਲੋਕ ਆਉਂਦੇ ਨੇ। ਜਿਵੇਂ ਆਸਾ ਕੀ ਵਾਰ ਹੈ, ਉਦਾਹਰਨ ਤੌਰ ਤੇ ਸ਼ਲੋਕ ਤੇ ਨਾਲ ਪੌੜੀ ਆਏਗੀ। ਇਸ ਤਰੀਕੇ ਨਾਲ ਜਿਹੜੀਆਂ ਵਾਰਾਂ ਦੇ ਵਿੱਚ ਸ਼ਲੋਕ ਪੌੜੀਆਂ ਵਿੱਚ ਲੱਗਣੋਂ ਵੱਧ ਗਏ, ਉਹਨਾਂ ਨੂੰ ਮਹਾਰਾਜ ਜੀ ਨੇ ਅਖੀਰ ਦੇ ਵਿੱਚ ਇੱਕ ਸਿਰਲੇਖ ਦੇ ਦਿੱਤਾ, ਜਿਸ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਵੀ ਆਉਂਦੇ ਨੇ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ। ਤੇ ਸਿਰਲੇਖ ਇਹ ਗੱਲ ਕਹਿੰਦਾ ਸ਼ਲੋਕ ਵਾਰਾਂ ਤੇ ਵਧੀਕ। ਵਾਰਾਂ ਵਿੱਚ ਜਿਹੜੇ ਸ਼ਲੋਕ ਵਧੀਕ ਰਹਿ ਗਏ ਸਨ, ਵੱਧ ਗਏ ਸਨ,
ਉਹਨਾਂ ਨੂੰ ਇੱਥੇ ਅੰਕਿਤ ਕੀਤਾ ਜਾ ਰਿਹਾ ਹੈ। ਉਸ ਸਿਰਲੇਖ ਦੇ ਵਿੱਚ ਜਿਹੜੇ ਸ਼ਲੋਕ ਨੇ, ਉਹਨਾਂ ਸ਼ਲੋਕਾਂ ਤੋਂ ਬਾਅਦ ਇੱਕ ਮੂਲ ਸ਼ਲੋਕ ਆਉਂਦੇ ਨੇ, ਉਹ ਹਨ ਮਹਿਲੇ 9ਵੇਂ ਕੇ ਸ਼ਲੋਕ। ਮੂਲ ਰੂਪ ਵਿੱਚ ਜਿਹੜੇ ਪਾਤਸ਼ਾਹ ਦੇ ਜਾਂ ਭਗਤ ਸਾਹਿਬ ਦੇ ਸ਼ਲੋਕ ਹੀ ਹਨ, ਜਿਵੇਂ ਭਗਤ ਫਰੀਦ ਸਾਹਿਬ, ਭਗਤ ਕਬੀਰ ਜੀ ਦੇ, ਉਹਨਾਂ ਦੇ ਪੌੜੀਆਂ ਵਿੱਚ, ਵਾਰਾਂ ਦੇ ਵਿੱਚ ਨਹੀਂ ਆਉਂਦੇ। ਉਹਨਾਂ ਦੇ ਸ਼ਲੋਕ ਵੱਖਰੇ ਦਰਜ ਹੋਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਬਦ ਵੀ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਤੇ ਉਹਨਾਂ ਨੇ ਸ਼ਲੋਕ ਵੀ ਲਿਖੇ ਨੇ। ਤਕਰੀਬਨ ਇਹ ਸ਼ਲੋਕ ਸਾਡੇ ਵਿੱਚ ਪਹਿਚਾਣ ਰੱਖਦੇ ਨੇ, ਅਸੀਂ ਜਾਣੂ ਹਾਂ, ਕਿਉਂਕਿ ਤਕਰੀਬਨ ਅਜਿਹਾ ਹੁੰਦਾ ਕਿ ਅਸੀਂ ਭਾਵੇਂ ਬਾਰੀ ਪੱਧਰ ਤੇ ਦਿਖਾਵੇ ਮਾਤਰ ਜਾਂ ਅਸੀਂ ਪ੍ਰਚਲਿਤ ਚੱਲ ਰਹੇ ਨਿਯਮ ਦੇ ਮੁਤਾਬਕ ਪਾਠ ਪਠਨ ਰਖਾ ਲੈਂਦੇ ਹਾਂ, ਪਰ ਬਹੁਤ ਘੱਟ ਹੈ ਕਿ ਅਸੀਂ ਆ ਕੇ ਸੁਣਦੇ ਹੋਵਾਂਗੇ। ਪਰ ਤਕਰੀਬਨ ਅਖੀਰ ਦੇ ਵੇਲੇ ਪਰਿਵਾਰ ਵਾਲੇ ਰਿਸ਼ਤੇਦਾਰਾਂ ਸਹਿਤ ਪਹੁੰਚ ਹੀ ਜਾਂਦੇ ਨੇ ਕਿ ਚਲੋ ਸ਼ਲੋਕ ਹੀ ਸੁਣ ਲਈਏ। ਇਉਂ ਲੱਗਦਾ ਹੈ ਕਿ ਮਹਾਰਾਜ ਜੀ ਨੇ ਜਿਹੜੇ ਸ਼ਲੋਕ ਲਿਖੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਖੀਰ ਦੇ ਵਿੱਚ, ਇੱਕ ਇੱਕ ਸ਼ਲੋਕ ਦਾ ਜੇ ਅਧਿਐਨ ਕਰੀਏ, ਧਿਆਨ ਨਾਲ ਪੜ੍ਹੀਏ, ਤੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਜੇ ਕਿਸੇ ਨੇ ਵਿਚਲੀ ਗੱਲ ਨਹੀਂ ਪੜ੍ਹੀ ਜਾਂ ਰਹਿ ਗਈ ਕੁਝ ਜੋ ਜੀਵਨ ਦੇ ਵਿੱਚ ਬੇਹੱਦ ਜ਼ਰੂਰੀ ਸੀ ਜਾਣਨਾ, ਉਹਨਾਂ ਨੂੰ ਮਹਾਰਾਜ ਜੀ ਨੇ ਅਖੀਰ ਦੇ ਵਿੱਚ ਬੜੇ ਸ਼ਾਰਟ ਮੈਸੇਜ ਦੇ ਵਿੱਚ ਇੱਕ ਇੱਕ ਸ਼ਲੋਕ ਦੇ ਵਿੱਚ ਸਾਰੀ ਦੁਹਰਾਈ ਕਰ ਦਿੱਤੀ ਗਈ ਹੋਵੇ। ਸਾਡੇ ਜੀਵਨ ਨਾਲ ਸੰਬੰਧਿਤ ਜਿੰਨੇ ਵੀ ਵਿਸ਼ੇ ਆਉਂਦੇ ਨੇ ਤਕਰੀਬਨ ਸ਼ਲੋਕਾਂ ਦੇ ਵਿੱਚ ਦਰਜ ਨੇ। ਉਹਨਾਂ ਦਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਥੇਰੀ ਥਾਂ ਹੈ। ਮਹਾਰਾਜ ਨੇ ਬਥੇਰੀ ਥਾਂ ਵਿਆਖਿਆ ਕੀਤੀ ਹੈ, ਜੀਵਨ ਪੱਧਰ ਕਿੰਨਾ ਉੱਚਾ ਸੁੱਚਾ ਹੋਣਾ ਚਾਹੀਦਾ ਹੈ, ਕਿਹੜੇ ਗੁਨਾਹਾਂ ਤੇ ਅਵਗੁਣਾਂ ਤੋਂ ਬਚੇ ਰਹਿਣਾ ਚਾਹੀਦਾ ਹੈ, ਔਰ ਕਿਹੜੇ ਗੁਨਾਹਾਂ ਦੀ, ਚੰਗੇ ਵਿਚਾਰਧਾਰਾ ਦੀ, ਗਿਆਨ ਦੀ ਜ਼ਰੂਰਤ ਜੀਵਨ 'ਚ ਹੁੰਦੀ ਹੈ। ਮਹਾਰਾਜ ਨੇ ਖੋਲੀ ਇਸ ਵਿਚਾਰ ਨੂੰ, ਪਰ ਸ਼ਲੋਕਾਂ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਦੋ ਪੰਕਤੀਆਂ ਦੇ ਵਿੱਚ ਬੜੀ ਸੌਖੀ ਸਰਲ ਭਾਸ਼ਾ ਦੇ ਵਿੱਚ ਗੱਲ ਦੱਸ ਦਿੱਤੀ। ਸਿਰਲੇਖ ਹੈ ਇਸ ਮੁਬਾਰਕ ਸ਼ਲੋਕਾਂ ਦੇ ਉੱਪਰ ਇੱਕ ਓੰਕਾਰ ਸਤ ਗੁਰ ਪ੍ਰਸਾਦ। ਆਮ ਤੌਰ ਤੇ ਅਸੀਂ ਇਹਦਾ ਪਾਠ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਦੇ ਹਾਂ, ਪਰ ਪੁਰਾਤਨ ਸਰੂਪਾਂ ਦੇ ਤੁਸੀਂ ਦੀਦਾਰ ਕਰੋਗੇ, ਦਰਸ਼ਨ ਕਰੋਗੇ, ਤੇ ਉਹਦੇ ਵਿੱਚ ਸਤ ਵੱਖਰਾ ਤੇ ਗੁਰ ਪ੍ਰਸਾਦ ਇਕੱਠਾ ਹੈ। ਕਿਉਂਕਿ ਜਦੋਂ ਮੰਗਲਾ ਚਰਨ ਪੜ੍ਹਦੇ ਆ ਤੇ ਉੱਥੇ ਆਉਂਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਗੁਰ ਪ੍ਰਸਾਦ ਇਕੱਠਾ ਹੈ। ਸਤ ਜਿਹੜਾ ਸ਼ਬਦ ਹੈ ਉਹ ਆਪਣੇ ਆਪ ਦੇ ਵਿੱਚ ਵੱਖ ਹੈ, ਇੱਕ ਓੰਕਾਰ ਸਤ ਹੈ, ਪਰ ਮਹਾਰਾਜ ਕਹਿੰਦੇ ਨੇ ਉਹ ਮਿਲਦਾ ਕਿੱਦਾਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਤੇ ਬਖਸ਼ਿਸ਼ ਦੇ ਦੁਆਰਾ। ਪਰ ਹੌਲੀ ਹੌਲੀ ਜਿਉਂ ਜਿਉਂ ਪ੍ਰਿੰਟਿੰਗ ਪ੍ਰੈਸਾਂ ਦੇ ਵਿੱਚ ਛਪਾਈਆਂ ਹੋਈਆਂ, ਇੱਕ ਓੰਕਾਰ ਸਤਿਗੁਰ ਇਕੱਠਾ ਜੁੜ ਗਿਆ ਤੇ ਪ੍ਰਸਾਦ ਵੱਖ ਹੋ ਗਿਆ, ਤੇ ਅਸੀਂ ਉਹੀ ਪਾਠ ਕਰਦੇ ਹਾਂ। ਖੈਰ, ਗੁਰੂ ਗ੍ਰੰਥ ਸਾਹਿਬ ਦੇ 524 ਵਾਰੀ ਇਹ ਸ਼ਾਰਟ ਰੂਪ ਦੇ ਵਿੱਚ ਮਹਾਰਾਜ ਜੀ ਨੇ ਸਿਰਲੇਖ ਅੰਕਿਤ ਕੀਤਾ ਕਿ ਵਾਹਿਦ ਇੱਕ ਅਕਾਲ ਪੁਰਖ ਹੀ ਸਤ ਹੈ, ਸਦੀਵੀ ਹੈ, ਜੋ ਸਭਨਾਂ ਦੇ ਵਿੱਚ ਵਿਰਾਜਮਾਨ ਹੈ। ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼, ਕਿਰਪਾ, ਗਿਆਨ ਰਾਹੀਂ ਉਹ ਪ੍ਰਾਪਤ ਹੁੰਦਾ ਹੈ। ਸ਼ਲੋਕ ਮਹਿਲਾ 9ਵਾਂ। ਮਹਿਲਾ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਤਸ਼ਾਹਾਂ ਦੇ ਨਾਲ ਜੁੜਿਆ ਹੈ। ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਮਹਿਲਾ ਪੰਜਵਾਂ ਅਤੇ ਮਹਿਲਾ 9ਵਾਂ। ਕੇਵਲ 10 ਪਾਤਸ਼ਾਹੀਆਂ ਵਿੱਚੋਂ ਇਹ 6 ਮਹੱਲਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਬਾਕੀ 4 ਮਹੱਲਿਆਂ ਦੀ ਬਾਣੀ ਨਹੀਂ ਹੈ। ਸਿਰਫ 6 ਮਹੱਲੇ ਨੇ ਬਾਣੀ ਉਚਾਰਨ ਕੀਤੀ, ਔਰ ਮਹਾਰਾਜ ਨੇ ਆਪਣੇ ਆਪ ਨੂੰ ਇੱਕ ਜੀਵ ਇਸਤਰੀ ਰੂਪ ਦੇ ਵਿੱਚ ਪੇਸ਼ ਕੀਤਾ ਹੈ ਅਕਾਲ ਪੁਰਖ ਦੇ ਅੱਗੇ। ਸੋ ਉੱਥੇ ਉਹਨਾਂ ਨੇ ਨਾਮ ਨਹੀਂ ਵਰਤਿਆ। ਮਹੱਲਾ ਲਫ਼ਜ਼ ਸਾਰਿਆਂ ਵਾਸਤੇ ਇੱਕੋ ਹੀ ਕਾਮਨ ਰੱਖ ਦਿੱਤਾ ਗਿਆ। ਸ਼ਲੋਕ ਜਿਹੜੇ ਦੋ ਪੰਕਤੀਆਂ ਦੇ ਵਿੱਚ ਦਰਜ ਹਨ, ਜਿਵੇਂ ਛੰਦਾਬੰਦੀ ਹੈ, ਅਸ਼ਟਪਦੀਆਂ ਹਨ, ਐਵੇਂ ਸ਼ਲੋਕ ਨੇ। ਸ਼ਲੋਕ ਮਹਿਲਾ 9ਵਾਂ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ। ਇਸ ਮੁਬਾਰਕ ਸ਼ਲੋਕਾਂ ਦੀ ਲੜੀ ਦੇ ਵਿੱਚ 57 ਸ਼ਲੋਕ ਹਨ, 57। ਅਰਬਲਾ ਸ਼ਲੋਕ ਹੈ। ਮਹਾਰਾਜ ਗੁਰੂ ਸਾਹਿਬ ਨੇ ਆਖਿਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ। ਮਨੁੱਖੀ ਜੀਵਨ ਨੂੰ ਪ੍ਰੇਰਣਾ ਦਿੰਦਿਆਂ ਹੋਇਆਂ ਇਹ ਗੱਲ ਗੁਰੂ ਮਹਾਰਾਜ ਜੀ ਨੇ ਬੜੀ ਭਲੀ ਭਾਂਤ ਸਮਝਾਈ ਹੈ ਕਿ ਜਨਮ ਜਿਹੜਾ ਨਾ ਬੜੀ ਕੀਮਤ ਰੱਖਦਾ ਹੈ। ਇਨਸਾਨੀ ਜਨਮ ਤੋਂ ਭਾਵ ਇਹ ਨਹੀਂ ਕਿ ਬਰਥ, ਜਨਮ ਤੋਂ ਭਾਵ ਹੈ ਕਿ ਉਹ ਮਨੁੱਖੀ ਜੀਵਨ, ਜਦੋਂ ਜਨਮ ਤੋਂ ਬਾਅਦ ਮੌਤ ਤੱਕ ਦਾ ਜਿਹੜਾ ਬੰਦਾ ਸਫ਼ਰ ਕਰ ਰਿਹਾ ਹੈ, ਇਨਸਾਨੀ ਜਾਮੇ ਦੇ ਵਿੱਚ ਹੈ, ਮਨੁੱਖੀ ਜੀਵਨ ਜਿਹਨੂੰ ਕਹਿੰਦੇ ਆ, ਮਨੁੱਖੀ ਜਾਮਾ ਕਹਿੰਦੇ ਆ।
जिसनों महाराज जी ने भई प्राप्त मानुक देहुरिया आख्या है, ये बड़ा कीमती है। महाराज ने गुरु ग्रंथ साहब की बाणी च बेअंत थां ते इहदा प्रगटावा कीता है कि इसे जीवन दे विच तुसी रब रूप हो सकते हो। इसे जीवन नूं संबोधित करदे आख्या, मन तू जोत स्वरूप है, अपना मूल पछाण, मन हरजी तेरे नाल है, गुरमती रंगमान। इसे जन्म नूं बचाउण लगिया आख्या सी कि यह दुर्लभ जन्म है। सो गुरु महाराज ने आख्या ये अकारत ना चला जाए। अकारत कहते ने व्यर्थ, फजूल दे विच वेस्टेज ही ना चला जाए। एडा कीमती ये किन्ना कुछ खटिया जा सकता है, ये व्यर्थ ना चला जाए। इस करके ये वाल खास तवज्जो दे, खास ध्यान दे कि किते रब्बी गुणा तो वांझा ही ना जीवन रह जाए। व्यर्थ होएगा किहड़ी गल तो? उदां ते बंदे दे कोल सारा कुछ है, किते साडे कोल सरमाया होवे, चंगा कारोबार होवे, कार कोठी होवे और समाज दे विच पहचान होवे, यही कुछ बंदा अपना स्टेटस चाहुंदा है। इसे नूं बंदा कहंदा है बड़ा वधिया जीवन है। इहो जे सुख सहूलतां वाले बंदियां नूं लोकी वेख के कहंदे ने बड़ी किरपा है इन्हां दे उत्ते। तां वेखो बैंक दे बैंक भरे पए ने इन्हां दे कोल, नौकर चाकरां दी कमी नहीं, बड़ी किरपा है रब दी इन्हां दे ते। पर पढ़ के वेखो जप बाणी दे श्लोक पौड़ी दे विच महाराज ने आख्या, जे जुग चारे आरजां होर दसूणी होए, भावें आरजा उमर बंदे दी जीवन दी हजारां ਲੱਖਾਂ साल क्यों ना होवे, जे जुग चारे आरजां होर दसूणी होए, नवां खंडां विच जाणी है। सारे पासे बंदे दी पहचान होवे, बंदे दे चेहरे तो लोग ओहदा नाम जानते होण, ओहदी बस गल छेड़न दी लोड़ है। हर बंदा कहेगा जी असीं तां चंगी तरह जानते हैं फलाणे नूं, पहचान बनाउणा चाहुंदा ना बंदा अपनी। जे जुग चारे आरजां होर दसूणी होए, नवां खंडां विच जाणी है, नाल चले सब कोए। महाराज कहते चंगा नाम रखाए कै जस कीरत जग ले। दुनिया कीरती कर रही होवे, जस जस जय जयकार कर रही होवे उस बंदे दी, पर जे तिस नदर ना आवई, इन्नियां सुख सहूलतां होंदे भी जे तिस नदर ना आवई तां बात ना पुछे के। कीटां अंदर कीट कर दोषी दोष धरे। महाराज कहते ने कीड़ियां नालों बदतर कीड़ा है तू रब दी निगाह दे विच, कुछ नहीं है। जिवें कीड़े दे कोल एक शरीर है, सूखम शरीर है, तेरे कोल भी एक शरीर है। जे वो चिकड़ विच मस्त रहा है ते तू भी गंदला होके रहा है, तू भी गुणा तो बगैर, चंगी विचारधारा तो बगैर तू भी पलीत ही रहा है, मैल नाल भरिया रहा है। दस की फर्क है तेरे ते उस कीड़े दे विच? इस करके तू ते कीड़े नालों भी बदतर कीड़ा निकलिया। कीटा अंदर कीट कर दोषी दोष धरे, तेरे ते रब्बों ही दोष मढ़िया जाएगा कि कुछ नहीं खटिया ने, अकारत ही चला गया। चंगा पड़ा शरीर, चंगा पड़ा एक ढांचा तेनों मिलिया सी, जिहदा स्ट्रक्चर करते वाहिगुरू ने डिफरेंट ही दिता सी, अकारत ही चला गया, व्यर्थ ही चला गया। हुण उहनूं सकारत किवें करिए? किहड़ी चीज़ नाल हो सकता है? महाराज कहते ने गुण गोबिंद। गल नूं ध्यान नाल सुणिओ, समा भावें थोड़ा है पर इहदे अर्थां दे नाल नाल भाव नूं जानना है। अर्थ ते कहते ने रब्बी गुणां तो बगैर बंदे दा जीवन अधूरा है। पर जे मेरे वर्गा ये अंदरों सवाल पैदा करे कि बई गोबिंद की है ते गुण की ने, फिर आखिर दा प्रैक्टिकली इंप्लीमेंट किवें होवे, ये किवें कमाया जा सकता है कि जन्म अकारत ना जाए? गुरु महाराज ने आख्या जिस गोबिंद दे गुण की बात है ना, वो गोबिंद है किथे है, वो गोबिंद रहिंदा किथे है? तो गुरु ग्रंथ साहब की बाणी ने दा खुलासा किया, क्योंकि आरंभ में आख्या ना एक ओंकार, उहदा भाव है वो एक ही है गोबिंद, पर ओंकार सारियां दे विच रहिंदा है, वो एक रस विराजमान है। सब गोबिंद है, सब गोबिंद है, गोबिंद बिन नहीं कोई। इत्थे कीड़ी तो लैके हाथी तक, कोई पशु, कोई जानवर, कोई दरखत, कोई धरती की शह इहो जी नहीं जिहड़ी गोबिंद की हस्ती तो दी सत्ता तो बगैर होवे। बाणी ने गोबिंद बारे दस्सिया, इबै बीठुल उबै बीठुल, बीठुल बिन संसार नहीं, थान तंत्र नामा प्रणव है, पूर रहो तू सर्ब मही, जल थल महीयल पूरिया रविया विच वणा। महाराज ने आप रोज बाणी च पढ़ते हैं, सब में जोत, जोत है सोए,
ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਇਹ ਕਿਵੇਂ ਪਤਾ ਲੱਗਦਾ ਜੀ? ਕਹਿੰਦੇ ਗੁਰ ਸਾਖੀ, ਗੁਰੂ ਦੀ ਸਿੱਖਿਆ ਦੇ ਦੁਆਰਾ ਜੋਤ ਪ੍ਰਗਟ ਹੋਏ। ਗੁਰੂ ਇਹ ਸਿੱਖਿਆ ਦਿੰਦਾ ਕਿ ਉਹ ਗੋਬਿੰਦ ਹਰ ਇੱਕ ਥਾਂ ਤੇ ਹੈ, ਹਰ ਇੱਕ ਚੀਜ਼ ਵਿਰਾਜਮਾਨ ਹੈ। ਉਹ ਹੁਣ ਗੁਣ ਕੀ ਨੇ? ਉਹਦੀ ਜਿਹੜੀ ਕੁਆਲਿਟੀ ਹੈ, ਬਾਣੀ ਦੇ ਵਿੱਚ ਗੋਬਿੰਦ ਦੀ ਇਉਂ ਵਿਆਖਿਆ ਕੀਤੀ, ਫਿਰ ਉਹਦੀ ਕੁਆਲਿਟੀ ਦੀ ਗੱਲ ਕੀਤੀ ਹੈ। ਜਿੰਨੇ ਵੀ ਸ਼ੁਭ ਗੁਣ ਧਰਤੀ ਤੇ ਨੇ ਨਾ, ਜਿੰਨੀਆਂ ਚੰਗਿਆਈਆਂ ਨੇ, ਮਹਾਰਾਜ ਕਹਿੰਦੇ ਨੇ ਇਹ ਰੱਬੀ ਖਾਤੇ 'ਚ ਪਾਉਣੀਆਂ ਪੈਣਗੀਆਂ। ਸਭ ਗੁਣ ਤੇਰੇ ਮੈਂ ਨਾਹੀਂ ਕੋਈ। ਸਾਡੇ ਕੋਲ ਕੋਈ ਗੁਣ ਨਹੀਂ, ਅਸੀਂ ਕੋਰੇ ਆ, ਮੰਨ ਲਓ ਬਿਲਕੁਲ ਕੋਰੇ ਆ, ਜਨਮ ਲੈ ਆਏ ਆ। ਗੁਣ ਸਾਰੇ ਤੁਹਾਡੇ ਨੇ ਤੇ ਤੁਸੀਂ ਕਿੱਥੇ ਹੋ? ਮਾਨਵਤਾ ਦੇ ਵਿੱਚ, ਜੀਆਂ ਦੇ ਵਿੱਚ, ਕਣ ਕਣ ਦੇ ਵਿੱਚ। ਮੈਂ ਉਹਨਾਂ ਦੇ ਵਿੱਚੋਂ ਦੀ ਜਿਹੜੀ ਚੰਗਿਆਈ ਵੇਖਾਂ, ਗੁਣ ਵੇਖਾਂ, ਉਹ ਤੋਂ ਪ੍ਰਭਾਵਿਤ ਹੋ ਕੇ ਉਹਦੀ ਉਸਤਤ ਕਰਾਂ। ਇਹ ਹੈ ਗੁਣਾਂ ਨੂੰ ਗਾਉਣਾ। ਉਦਾਂ ਢੋਲਕੀ ਚਿਮਟੇ ਨਾਲ ਥੋੜਾ ਗੁਣ ਗਾਏ ਜਾਣਗੇ। ਲਾਈਟਾਂ ਬੰਦ ਕਰਕੇ ਕਮਰੇ ਦੇ ਵਿੱਚ ਬਹਿ ਕੇ ਸਿਰ ਹਿਲਾਇਆ ਥੋੜੇ ਗੁਣ ਗਾਏ ਜਾਣਗੇ। ਜਦੋਂ ਅਸੀਂ ਕਿਸੇ ਚੀਜ਼ ਨੂੰ ਗੁਰਮਤਿ ਦਾ ਚਸ਼ਮਾ ਪਾ ਕੇ ਵੇਖਾਂਗੇ, ਜੋ ਗੁਰੂ ਦਿਖਾਉਣਾ ਚਾਹੁੰਦਾ, ਔਰ ਉਹਦੇ ਵਿੱਚੋਂ ਦੀ ਗੁਣ ਵੇਖੋ। ਮੰਨ ਲਓ ਉਦਾਹਰਨ ਤੌਰ ਤੇ ਦੋ ਭਰਾ ਨੇ, ਇੱਕ ਭਰਾ ਦੇ ਵਿੱਚ ਕੋਈ ਦੂਜਾ ਭਰਾ ਗੁਣ ਵੇਖੇ ਕਿ ਇਹਦੇ 'ਚ ਸਬਰ ਬੜਾ ਸਬਰ ਵਾਲਾ ਬੰਦਾ ਇਹ ਤਾਂ, ਇਹ ਡੋਲਦਾ ਨਹੀਂ, ਘਬਰਾਉਂਦਾ ਨਹੀਂ, ਕਦੀ ਉਲਾਮੇ ਨਹੀਂ ਦਿੰਦਾ, ਕਦੀ ਸ਼ਿਕਵੇ ਨਹੀਂ ਕਰਦਾ, ਬੜਾ ਸਬਰ ਹੈ। ਦੂਜਾ ਭਰਾ ਈਰਖਾ ਨੂੰ ਲਾਂਭੇ ਕਰਕੇ, ਭਰਮ ਦਾ ਪਰਦਾ ਲਾ ਕੇ, ਉਹਦੇ ਸਬਰ ਨੂੰ ਵੇਖ ਕੇ ਉਹ ਕਵੇ ਕਿ ਇਹ ਸਬਰ ਕਰਤੇ ਵਾਹਿਗੁਰੂ ਦੀ ਪੈਦਾਇਸ਼ ਹੈ, ਇਹ ਉਹਦਾ ਸ਼ੁਭ ਗੁਣ ਹੈ, ਮੈਂ ਇਸ ਬੰਦੇ ਦੀ ਸਬਰ ਕਰਕੇ ਉਸਤਤ ਕਰਦਾ ਹਾਂ। ਉਹ ਗੁਣਾਂ ਦੀ ਉਸਤਤ ਹੋਏਗੀ। ਔਰ ਜਿਹੜੀ ਚੀਜ਼ ਤੋਂ ਬੰਦਾ ਪ੍ਰਭਾਵਿਤ ਹੋਏਗਾ, ਸੁਭਾਵਕ ਹੈ ਜੈਸਾ ਸੇਵੇਂ ਤੈਸਾ ਹੋਏ, ਉਹ ਸਬਰੀ ਹੋਏਗਾ, ਇਹ ਗੁਣ ਆਏਗਾ। ਤੁਸੀਂ ਪੜ੍ਹ ਕੇ ਵੇਖ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਹਾਰਾਜ ਨੇ ਆਖਿਆ ਚੂਹੇ ਤੋਂ ਵੀ ਗੁਣ ਲੈ, ਬਿੱਲੀ ਤੋਂ ਗੁਣ ਲੈ, ਤੂੰ ਕੀੜੀ ਤੋਂ ਵੀ ਗੁਣ ਲੈ, ਹਾਥੀ ਤੋਂ ਵੀ ਗੁਣ ਲੈ, ਬਾਂਦਰ ਤੋਂ ਕੁਝ ਸਿੱਖ। ਗੁਰੂ ਗ੍ਰੰਥ ਸਾਹਿਬ 'ਚ ਜਾਨਵਰਾਂ ਦੀਆਂ ਹੀ ਤਾਂ ਉਦਾਹਰਣਾਂ ਨੇ, ਕਿਉਂਕਿ ਨੈਚੁਰਲ ਨੇ, ਕੁਦਰਤੀ ਨੇ। ਬੰਦਾ ਦਿਖਾਵਾ ਕਰ ਸਕਦਾ ਹੈ, ਪਸ਼ੂ ਪਰਿੰਦੇ ਥੋੜਾ ਕਰ ਸਕਦੇ ਨੇ। ਉਹ ਜਿੱਦਾਂ ਦੇ ਨੇ ਉਦਾਂ ਦੇ ਨੇ। ਤਾਂ ਹੀ ਮਹਾਰਾਜ ਨੇ ਨਹੀਂ ਆਖਿਆ ਮੈਨੂੰ ਫਲਾਣੇ ਬੰਦੇ ਵਰਗਾ ਬਣਾਓ। ਉਹ ਕਹਿੰਦੇ ਨਹੀਂ, ਕੁੱਤੇ ਦਾ ਇੱਕ ਸੁਭਾਅ ਹੈ ਵਫਾਦਾਰੀ ਵਾਲਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਬਸ ਮੈਨੂੰ ਇਹੀ ਮਿਲ ਜਾਏ, ਮੇਰੀ ਝੋਲੀ ਪੈ ਜਾਏ, ਇੰਨਾ ਹੀ ਬੜਾ ਹੋਏਗਾ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ, ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ। ਬਿਦ ਅਰਥ ਹੁੰਦਾ ਮੈਥਡ। ਇਹ ਤਰੀਕਾ ਵੇਖੋ ਕੁੱਤੇ ਦੇ ਅੰਦਰ, ਇੱਕ ਮਨ ਹੋਏ ਇੱਕ ਚਿਤ। ਇਸ ਵਿੱਚ ਵੀ ਮਹਾਰਾਜ ਨੇ ਇਹ ਆਖਿਆ, ਕਹਿੰਦੇ ਕਹੋ ਨਾਨਕ ਹਰ ਭਜ ਮਨਾ ਜੈ ਬਿਦ ਜਲ ਕੋ ਮੀਨ। ਮੀਨ ਦੀ ਮੱਛੀ ਦੀ ਉਦਾਹਰਨ ਮਹਾਰਾਜ ਦੇ ਰਹੇ ਨੇ। ਇਹਦੇ ਤੋਂ ਇੱਕ ਮੈਥਡ ਲੈ ਲੈ। ਗੁਣਾਂ ਦੀ ਉਸਤਤ ਗਾ, ਜਿਹਦੇ ਵਿੱਚ ਵੀ ਤੂੰ ਗੁਣ ਵੇਖੇ, ਜਿਸ ਅੰਦਰ ਵੀ ਗੁਣ ਵੇਖੇ, ਬਸ ਇਹ ਸੋਚ ਕਿ ਇਹ ਰੱਬੀ ਗੁਣ ਨੇ। ਗੁਣਾਂ ਤੋਂ ਕਾਇਲ ਹੋ। ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੈ, ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀ ਜੈ। ਕਿਸੇ ਸੱਜਣ ਦੇ ਵਿੱਚ ਤੂੰ ਗੁਣ ਵੇਖੇ, ਸਾਂਝ ਕਰ ਉਹਨਾਂ ਗੁਣਾਂ ਦੀ। ਗੁਣਾਂ ਨੂੰ ਗਾਉਣਾ ਬਣ ਜਾਏਗਾ ਤੇਰਾ। ਸਾਂਝ ਕਰੀ ਜੈ ਗੁਣਾਂ ਕੇਰੀ, ਛੋੜ ਅਵਗੁਣ ਚਲੀ ਗਏ। ਜਿਹਦੇ ਵਿੱਚ ਤੂੰ ਗੁਣ ਵੇਖ ਰਿਹਾ, ਉਹਦੇ ਚ ਘਾਟ ਵੀ ਕੋਈ ਹੋ ਸਕਦੀ ਹੈ, ਕਮੀ ਵੀ ਹੋ ਸਕਦੀ ਹੈ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ। ਇਹ ਸੰਭਾਵਨਾ ਹੈ ਕਿ ਜਿਹਦੇ ਵਿੱਚ ਇੱਕ ਗੁਣ ਹੋਏਗਾ, ਉਹ ਤੇ ਦੂਜਾ ਅਵਗੁਣ ਵੀ ਹੋ ਸਕਦਾ ਹੈ। ਉਦਾਹਰਨ ਤੌਰ ਤੇ ਹੁਣੇ ਮੈਂ ਕੁੱਕਰ ਦੀ ਗੱਲ ਕੀਤੀ। ਕੁੱਤੇ ਦੇ ਵਿੱਚ ਇੱਕ ਵਫਾਦਾਰੀ ਦਾ ਗੁਣ ਹੈ, ਉਹਦੇ ਵਿੱਚ ਇੱਕ ਅਵਗੁਣ ਵੀ ਹੈਗਾ। ਮਹਾਰਾਜ ਨੇ ਉਹਦੀ ਵੀ ਗੱਲ ਬਾਣੀ ਵਿੱਚ ਕੀਤੀ ਹੈ। ਕਹਿੰਦੇ ਅਵਗੁਣਾਂ ਵੱਲ ਨਾ ਜਾਈਏ, ਛੱਡ ਦੇ। ਲਬ ਕੁੱਤਾ ਕੂੜ ਚੂੜਾ ਠੱਕ ਖਾਦਾ ਮੁਰਦਾਰ। ਉੱਥੇ ਮਹਾਰਾਜ ਨੇ ਕੁੱਤੇ ਨੂੰ ਲੋਭ ਨਾਲ ਤੁਲਨਾ ਵੀ ਦਿੱਤੀ ਹੈ ਕਿ ਉਹ ਲੋਭੀ ਜਦੋਂ ਹੋ ਜਾਏ ਨਾ, ਉਹ ਦੁਆਰੇ ਦੁਆਰ ਸਵਾਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ। ਸੁਖ ਕੇ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ। ਸਵਾਨ ਕਹਿੰਦੇ ਨੇ ਕੁੱਤੇ ਨੂੰ। ਕੁੱਤੇ ਵਾਂਗਰ ਹਰ ਬੂਹੇ ਤੇ ਨਾ ਜਾਂਦਾ ਫਿਰੀ, ਮਾਲਕ ਦਾ ਬਣ ਕੇ ਰਹੀ। ਜੇ ਇਦਾਂ ਹੈ, ਮਹਾਰਾਜ ਕਹਿੰਦੇ ਅਵਗੁਣ ਛੱਡ ਦੇ, ਛੋੜ ਅਵਗੁਣ ਚੱਲੀਏ, ਤਿਆਗ ਦੇ ਉਹਨੂੰ, ਪਹਿਚਾਣ ਕਰ ਬਸ ਗੁਣਾਂ ਦੀ। ਮੈਂ ਬੇਨਤੀ ਕਰਾਂ, ਇਤਿਹਾਸ ਦੇ ਵਿੱਚ ਜਿੰਨਾ ਵੀ ਗੁਰਸਿੱਖਾਂ ਦੀ ਅਸੀਂ ਤਾਰੀਫ ਕਰ ਰਹੇ ਹਾਂ ਨਾ, ਗੁਣਾਂ ਕਰਕੇ ਤਾਂ ਕਰ ਰਹੇ ਹਾਂ। ਭਾਈ ਤਾਰੂ ਸਿੰਘ ਨਾਰਮਲ ਕਿਸਾਨ ਹੈ, ਬਾਕੀ ਕਿਸਾਨੀ ਕਰਦੇ ਨੇ।
ਉਹ ਵੀ ਭਰ ਜਵਾਨੀ ਵਿੱਚ ਕਿਸਾਨੀ ਕਰਦਾ। ਪਰ ਅਸੀਂ ਭਾਈ ਤਾਰੂ ਸਿੰਘ ਨੂੰ ਉਚੇਚ ਅਰਦਾਸ ਵਿੱਚ ਵੀ ਯਾਦ ਕਰ ਰਹੇ ਹਾਂ, ਇਤਿਹਾਸ ਦੇ ਵਰਕਿਆਂ ਦੇ ਵਿੱਚ ਚੇਤੇ ਕਰਦੇ ਹਾਂ। ਜੁਲਾਈ ਦਾ ਮਹੀਨਾ ਚੜ੍ਹਦਾ ਤੇ ਭਾਈ ਤਾਰੂ ਸਿੰਘ ਸਾਡੀ ਜ਼ਬਾਨ ਤੇ ਹੁੰਦਾ ਹੈ, ਉਹਦੇ ਵਰਕੇ ਫੂਲਦੇ ਆ। ਕਿਉਂ? ਕਿਸਾਨ ਤਾਂ ਬੜੇ ਹੋਏ ਤੇ ਬੜੇ ਹੋਣਗੇ, ਪਰ ਭਾਈ ਤਾਰੂ ਸਿੰਘ ਦੇ ਅੰਦਰ ਹੈ ਅਡੋਲਤਾ, ਸਹਿਜ, ਸਬਰ ਦਾ। ਉਹਨੇ ਘੁੱਟ ਪੀਤਾ ਗੁਰੂ ਦੇ ਕੋਲੋਂ, ਉਹ ਡੋਲਦਾ ਨਹੀਂ, ਕਿਉਂਕਿ ਇਹ ਅਡੋਲਤਾ ਵਾਲਾ ਸਹਿਜ ਗੁਣ ਰੱਬੀ ਗੁਣ ਹੈ। ਨਾ ਤੁਮ ਡੋਲੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਤੂੰ मेरो मेर पर्वत स्वामी, ओट गही मैं तेरी। ना तुम डोलो ना हम गिरते, रख लीनी हर मेरी। ਉਸ ਗੁਣ ਕਰਕੇ, ਅਡੋਲਤਾ ਕਰਕੇ, ਸਬਰ ਤੇ ਸਿਦਕ ਕਰਕੇ ਅਸੀਂ ਭਾਈ ਤਾਰੂ ਸਿੰਘ ਦੇ ਗੁਣ ਗਾਉਂਦੇ ਹਾਂ। ਔਰ ਗੁਣ ਗਾਉਣ ਕਰਕੇ, ਗੁਣ ਗਾਉਂਦਿਆਂ ਗਾਉਂਦਿਆਂ ਇਹ ਪ੍ਰੇਰਣਾ ਮਿਲਦੀ ਕਿ ਉਹਦੇ ਵਰਗਾ ਬਣ ਜਾਈਏ। ਉਹ ਗੁਣ ਆ ਜਾਏਗਾ, ਜਨਮ ਅਕਾਰਥ ਨਹੀਂ ਜਾਏਗਾ। ਵੇਖ ਭਾਈ ਤਾਰੂ ਸਿੰਘ ਦਾ ਜਨਮ ਅਕਾਰਥ ਨਹੀਂ ਗਿਆ, ਵਿਅਰਥ ਨਹੀਂ ਗਿਆ। ਉਹ ਜਨਮ ਕੌਡੀਆਂ ਦੇ ਭਾਅ ਨਹੀਂ ਗਿਆ, ਬੜਾ ਵਜਨਦਾਰ ਬਣ ਗਿਆ ਉਹ ਜੀਵਨ। ਭਗਤ ਨਾਮਦੇਵ ਸਾਹਿਬ ਦੇ ਸਟੇਟਮੈਂਟ ਪੜ੍ਹ ਲੈ, ਕਬੀਰ ਸਾਹਿਬ ਨੂੰ ਪੜ੍ਹ ਲਈਏ, ਰਵਿਦਾਸ ਸਾਹਿਬ ਨੂੰ ਪੜ੍ਹ ਲਈਏ। ਮਹਾਰਾਜ ਨੇ ਆਖਿਆ ਬੜੀ ਕੀਮਤ ਵਾਲੇ ਬਣੇ ਹੋ। ਲੋਕੀ ਤਾਂ ਉਹਨਾਂ ਦੇ ਕੱਪੜੇ ਲੀੜੇ ਹੀ ਵਹਿੰਦੇ ਰਹੇ ਕਿ ਇਹ ਤਾਂ ਗਰੀਬੜ ਤੇ ਮਾਤੜ ਜੇ ਲੋਕ ਸਾਨੂੰ ਕੀ ਦੱਸਣਗੇ। ਮਹਾਰਾਜ ਕਹਿੰਦੇ ਨੇ ਮੇਰਾ ਚਸ਼ਮਾ ਪਾ ਕੇ ਵੇਖੋ, ਗੋਬਿੰਦ 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 ਸੰਗ ਨਾਮ ਦਿਓ ਮਲੀਣਾ, ਆੜ ਦਾਮ ਕੋ ਛਿਪਰੋ ਹੋਇਓ ਲਾਖੀਣਾ। ਜਿਨ੍ਹਾਂ ਨੂੰ ਲੋਕੀ ਅੱਡਾ ਕੌਡੀਆਂ ਦਾ ਸਮਝਦੇ ਸਨ, ਮਹਾਰਾਜ ਕਹਿੰਦੇ ਉਹ ਤੇ ਲੱਖਾਂ ਦੇ ਹੋ ਗਏ। ਉਹ ਖਰੀਦੇ ਨਹੀਂ ਜਾ ਸਕਦੇ ਹੁਣ ਕਿਸੇ ਕੋਲੋਂ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ। ਕਿਉਂਕਿ ਉਹ ਅਮੁੱਲ ਗੁਣਾਂ ਨਾਲ ਜੁੜ ਕੇ ਅਮੁੱਲ ਵਪਾਰੀ, ਮਹਿੰਗੇ ਵਪਾਰੀ ਹੋ ਗਏ, ਖਰੀਦੇ ਨਹੀਂ ਗਏ ਕਿਸੇ ਕੋਲੋਂ। ਦੁਨੀਆ ਦੀ ਕਰੰਸੀ ਫਿੱਕੀ ਪੈ ਗਈ ਉਹਨਾਂ ਦੇ ਸਾਹਮਣੇ। ਇਹ ਗੁਣਾਂ ਦੀ ਸਾਂਝ ਹੈ ਸਾਡੀ। ਬਸ ਗੁਣਾਂ, ਜਿਹਦੇ ਵਿੱਚ ਵੀ ਗੁਣ ਵੇਖੀਏ, ਨੂੰਹ ਵਿੱਚ ਅਗਰ ਸੱਸ ਗੁਣ ਵੇਖਣੇ ਸ਼ੁਰੂ ਕਰ ਦੇ, ਕਦੀ ਕਲੇਸ਼ ਨਹੀਂ ਹੋਣਗੇ। ਜੋ ਅਵਗੁਣ ਚਲੀ ਗਈ, ਅਵਗੁਣਾਂ ਨੂੰ ਛੱਡਣਾ ਪਏਗਾ। ਜੇ ਉਹੀ ਨੂੰ ਆਪਣੀ ਸੱਸ ਦੇ ਵਿੱਚ ਗੁਣ ਵੇਖੇ, ਉਹ ਮਾਂ ਦਾ ਆਦਰ ਦੇਣ ਲੱਗ ਪਏਗੀ। ਪਰ ਸਾਨੂੰ ਵੇਖਦੇ ਹੀ ਅਵਗੁਣ ਨੇ। ਸਮੱਸਿਆ ਸਾਡੀ ਇਹ ਹੈ, ਸਾਨੂੰ ਵੇਖਦੇ ਹੀ ਅਵਗੁਣ ਨੇ। ਗੁਣਾਂ ਨੂੰ ਤੇ ਅਸੀਂ ਦਰਕਿਨਾਰ ਕਰਕੇ ਤੁਰਦੇ ਹਾਂ। ਇਸੇ ਕਰਕੇ ਸਮੱਸਿਆਵਾਂ ਜ਼ਿਆਦਾ ਖੜੀਆਂ ਹੁੰਦੀਆਂ ਨੇ। ਗੁਰੂ ਮਹਾਰਾਜ ਕਹਿੰਦੇ ਨੇ ਗੁਣਾਂ ਨੂੰ ਇਉਂ ਗਾਇਆ ਜਾ ਸਕਦਾ ਹੈ, ਗੁਣ ਗੋਬਿੰਦ ਗਾਇਓ ਨਹੀਂ। ਪਰ ਇਹਦੇ ਲਈ ਮਨ ਚਾਹੀਦਾ ਹੈ, ਇਕਾਗਰਤਾ ਚਾਹੀਦੀ ਹੈ ਇਹ ਲੈਣ ਵਾਸਤੇ। ਇੱਕ ਸ਼ਬਦ ਹੁੰਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ, ਸਾਰੰਗ ਮਹਿਲਾ 9ਵਾਂ। ਉਸ ਵਿੱਚ ਗੁਰੂ ਨੇ ਆਖਿਆ, ਕਹਿੰਦੇ ਮਨ ਕਰ ਕਬੂ ਨਾ ਹਰ ਗੁਣ ਗਾਇਓ। ਫਾਰਮੈਲਿਟੀ ਲਈ ਤੇ ਮੈਂ ਧਾਰਮਿਕ ਬੜੇ ਕੰਮ ਕਰਦਾ ਬਾਹਰੀ ਤੌਰ ਤੇ, ਜਿਹੜੇ ਅਕਾਰਥ ਨੇ, ਵਿਅਰਥ ਦੇ ਨੇ। ਜਿਹਨੂੰ ਮਹਾਰਾਜ ਨੇ ਬਾਣੀ ਚ ਆਖਿਆ ਨਾ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਉਹ ਅਵਰ ਕਾਜ ਦਾ ਮਤਲਬ ਇਹ ਨਹੀਂ ਕਿ ਆਪਾਂ ਪਰਿਵਾਰ ਚਲਾਉਂਦੇ ਆ, ਬੱਚੇ ਪਾਲਦੇ ਆ, ਕੰਮ ਕਾਜ ਕਰਦੇ ਆ, ਕਿਹੜੇ ਕੰਮ ਨਹੀਂ ਆਉਣਾ, ਨਹੀਂ। ਅਵਰ ਕਾਜ ਦਾ ਅਰਥ ਹੈ ਰੱਬ ਨੂੰ ਮਿਲਣ ਵਾਸਤੇ ਕਰਮ ਕਾਂਡ, ਵਹਿਮ ਭਰਮ ਦਾ ਸਹਾਰਾ ਲੈਣਾ ਅਵਰ ਕਾਜ ਹੈ। ਇਹ ਕੰਮ ਨਹੀਂ ਹੁੰਦਾ ਕੋਈ ਉੱਥੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਰੀਆ ਠੀਕ ਹੋਣਾ ਚਾਹੀਦਾ। ਜਪੋ ਤਾਂ ਏਕੋ ਨਾਵਾਂ, ਅਵਰ ਨਿਰਾਫਲ ਕੰਮ। ਬਾਕੀ ਕੰਮ ਛੱਡ ਨੇਫਲ ਦੇ, ਇਹਨਾਂ ਦਾ ਉੱਥੇ ਕੋਈ ਕੰਮ ਨਹੀਂ ਹੈਗਾ। ਗੁਰੂ ਮਹਾਰਾਜ ਕਹਿੰਦੇ ਨੇ ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਵਿਖਿਆ ਸਕਤ ਰਹਿਓ ਨਿਸਬਾਸੁਰ ਕੀਨੋ ਆਪਣੋ ਪਾਇਓ। ਗੁਰ ਉਪਦੇਸ਼ ਸੁਣਿਓ ਨਹਿ ਕਾਨਨ, ਪਰ ਦਾਰਾ ਲਪਟਾਇਓ। ਪਰ ਨਿੰਦਾ ਕਾਰਨ ਬਹੁ ਧਾਵਤ ਸਮਝਿਓ ਨਹਿ ਸਮਝਾਇਓ। ਕਹਾਂ ਕਹੂੰ ਮੈਂ ਆਪਣੀ ਕਰਨੀ, ਜੈ ਬਿਦ ਜਨਮ ਕਵਾਇਓ। ਕਹਿ ਨਾਨਕ ਸਭ ਔਗਣ ਮੋਹ ਮੈਂ, ਰਾਖ ਲਿਓ ਸ਼ਰਨਾਇਓ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਮਹਾਰਾਜ ਕਹਿੰਦੇ ਨੇ ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਗੈਰ ਭਗਤੀ ਨਹੀਂ ਮੰਨੀ ਜਾ ਸਕਦੀ। ਸੋ ਇਹ ਗੁਣ ਤੂੰ ਹਰੇਕ ਦੇ ਵਿੱਚ ਦੇਖ ਸਕਦਾ, ਮਹਿਸੂਸ ਕਰ ਸਕਦਾ। ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ। ਫਰੀਦ ਸਾਹਿਬ ਕਹਿੰਦੇ ਨੇ ਰੁੱਖਾਂ ਤੋਂ ਸਿੱਖ ਲਓ। ਦਰਵੇਸਾਂ ਨੂੰ ਰੁੱਖਾਂ ਤੋਂ ਸਿੱਖਣਾ ਚਾਹੀਦਾ। ਕਿਤੇ ਮਹਾਰਾਜ ਕਹਿੰਦੇ ਨੇ ਪੰਛੀਆਂ ਤੋਂ ਸਿੱਖੋ, ਐਨੀਮਲ ਤੋਂ ਸਿੱਖੋ, ਇਨਸਾਨਾਂ ਕੋਲੋਂ ਗੁਣ ਲਓ। ਇਹ ਰੱਬੀ ਗੁਣ ਹਨ ਸਾਰੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਉਦਾਹਰਣ ਮਹਾਰਾਜ ਨੇ ਦਿੱਤੀ, ਕਹਿੰਦੇ ਕਹੋ ਨਾਨਕ ਹਰ ਭਜ ਮਨਾ। ਇਹ ਨਾਨਕ ਰੱਬੀ ਗੁਣਾਂ ਵੱਲ ਤੁਰਨਾ ਚਾਹੀਦਾ ਹੈ, ਭਜਣਾ ਚਾਹੀਦਾ ਹੈ, ਤੁਰਨਾ ਚਾਹੀਦਾ ਹੈ। ਪੋਜ਼ਿਟਿਵ ਅਪਰੋਚ ਵਿੱਚ ਰਹਿਣਾ ਚਾਹੀਦਾ ਹੈ, ਕਦੀ ਨਿਰਾਸ਼ਾ ਵਿੱਚ ਨਾ। ਹਰ ਭਜ ਮਨਾ ਜਹ ਬਿਦ ਜਲ ਕੋ ਮੀਨ। ਜਿਵੇਂ ਮੀਨ ਮੱਛੀ ਪਾਣੀ ਦੇ ਵਿੱਚ ਰਹਿ ਕੇ ਪਾਣੀ ਵਿੱਚ ਸਬਰ ਕਰਦੀ ਹੈ, ਉਹਦਾ ਸਹਾਰਾ ਪਾਣੀ ਬਣ ਜਾਂਦਾ ਹੈ।
ਉਹਨੂੰ ਜਿੱਥੇ ਜਨਮ ਮਿਲਿਆ ਉਹਨੂੰ ਸੰਤੁਸ਼ਟੀ ਉੱਥੇ ਹੈ। ਤੁਸੀਂ ਟੱਪ ਵਿੱਚ ਦੁੱਧ ਭਰ ਕੇ ਰੱਖ ਦਿਓ ਤੇ ਉਹਨੂੰ ਕਹੋ ਤੂੰ ਇਹਦੇ ਵਿੱਚ ਰਹਿ ਲੈ, ਬੜਾ ਕੀਮਤੀ ਦੁੱਧ ਹੈ, ਉਹ ਕਹਿੰਦੀ ਨਹੀਂ, ਪਾਣੀ ਮੇਰਾ ਜੀਵਨ ਹੈ, ਮੈਨੂੰ ਪਾਣੀ 'ਚ ਹੀ ਸੰਤੁਸ਼ਟੀ ਹੈ। ਸਾਰਾ ਟੱਬਰ ਲੈ ਕੇ ਮੱਛੀ ਪਾਣੀ ਵਿੱਚ ਹੀ ਰਹਿੰਦੀ ਸਾਰੀ ਜ਼ਿੰਦਗੀ, ਉਹ ਉਹਦਾ ਆਸਰਾ ਬਣ ਜਾਂਦਾ ਹੈ, ਉਹਨੂੰ ਜਿਉਂਦੀ ਹੈ ਪਾਣੀ ਨੂੰ, ਉਹ ਤੋਂ ਬਗੈਰ ਮਰਦੀ ਹੈ ਵਿਛੜ ਕੇ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਮਹਾਰਾਜ ਕਹਿੰਦੇ ਨੇ ਗੁਣੀ ਜੀਵਨ ਨੇ ਅਸਲ ਦੇ ਵਿੱਚ, ਪਾਣੀ ਵਾਂਗ ਗੁਣਾਂ ਨੂੰ ਜੀਵਨ ਬਣਾ ਲੈ। ਇਹ ਤੋਂ ਵਿਛੜਿਆ ਨੀਰੀ ਮੌਤ ਸਮਝ, ਨੀਰੀ ਮੌਤ, ਅਕਾਰਤ ਸਮਝ, ਵਿਅਰਥ ਸਮਝ। ਗੁਰੂ ਕਿਰਪਾ ਕਰੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅਗਲੇਰੇ ਸਲੋਕ ਦੀ ਵਿਚਾਰ ਅੱਗੇ ਆਉਣ ਵਾਲੇ ਸ਼ਨੀਵਾਰ ਦੇ ਦਿਨ ਅਸੀਂ ਸਾਂਝੀਆਂ ਕਰ ਸਕਾਂਗੇ। ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।